3 ਆਰਡੀਨੈਂਸ ਜਿਹੜੇ ਖੇਤੀ ਦੇ ਲੈ ਕੇ ਆਉਂਦੇ ਨੇ, ਜਿਸ ਦੇ ਬਾਅਦ ਸਾਰੇ ਕਿਸਾਨ ਜਥੇਬੰਦੀਆਂ ਸੜਕਾਂ ਤੇ ਉਤਰੀਆਂ। ਕਿਹੜੀ ਇਹੋ ਜਿਹੀ ਕਾਹਲੀ ਸੀ ਕਿ ਜਿਹੜਾ ਸੈਸ਼ਨ ਦਾ ਵੀ ਨਹੀਂ ਵੇਟ ਕੀਤਾ ਤੇ ਪਹਿਲਾਂ ਹੀ ਆਰਡੀਨੈਂਸ ਕੇਂਦਰ ਸਰਕਾਰ ਨੂੰ ਲੈ ਕੇ ਆਣੇ ਪਏ? वो कहते ना ये मेरे हमनशी, जब गर्दिशे अवाम आती है न किस्मत साथ देती है न ताकत काम आती है, वो वाली गल हो चुकी है। FCI ਦੇ ਬਾਰੇ ਸੁਣਿਆ ਜਾਂਦਾ ਵਾ ਵੀ 6 ਲੱਖ ਕਰੋੜ ਦਾ ਉਸ ਤੇ ਇਸ ਟਾਈਮ ਵਿਆਜ ਦਾ ਬੋਝ ਹੈ। ਉਹਦਾ ਜਿਹੜਾ 6 ਔਰ ਸਾਡੀ GDP ਹਿੱਲ ਗਈ ਹੈ। ਮੋਦੀ ਸਾਹਿਬ ਦੀ ਬਿਲਕੁਲ ਜਿਹੜੀ ਮਾਰਕੀਟ ਦੀ ਫੋਰਸਿਸ ਦੀ ਹੈਗੀ ਆ ਕਿ ਅਸੀਂ ਸਬਸਿਡੀਆਂ ਖਤਮ ਕਰ ਦੇਣੀਆਂ। ਸਾਰਿਆਂ ਨਾਲੋਂ ਜਿਹੜਾ ਹੁਣ ਡੇਂਜਰਸ ਗੱਲ ਜਿਹੜੀ ਹੋ ਰਹੀ ਹੈ ਉਹ ਇਹ ਹੋ ਰਹੀ ਹੈ ਕਿ ਵੀ ਜਿਹੜਾ ਇੰਨੇ ਸਾਲਾਂ ਦੇ ਵਿੱਚ ਅਸੀਂ ਇਹ ਢਾਂਚਾ ਐਡਾ ਡਿਵੈਲਪ ਕੀਤਾ ਔਰ ਜਿਹੜਾ ਕਿ ਢਾਂਚਾ ਸਾਨੂੰ ਸਾਰੇ ਹਿੰਦੁਸਤਾਨ 'ਚ ਲੈ ਕੇ ਜਾਣਾ ਚਾਹੀਦਾ ਸੀਗਾ, ਉਹ ਜਿੱਥੇ ਤਾਂ ਕਿ ਸਾਰੇ ਦੇ ਸਾਰੇ ਹਿੰਦੁਸਤਾਨ ਦੇ ਕਿਸਾਨ ਜਿਹੜੇ ਹੈ ਸਮਰਿੱਧ ਹੋਣ, ਸਾਰੇ ਹਿੰਦੁਸਤਾਨ ਦੇ ਕਿਸਾਨ ਜਿਹੜੇ ਹੈ ਉਹ ਉਹਨਾਂ ਦੇ ਘਰ ਘਰ ਰੋਟੀ ਮਿਲੇ। ਅੱਜ ਦੀ ਡੇਟ ਦੇ ਵਿੱਚ ਉਹ ਸਾਰਿਆਂ ਦੇ ਢਿੱਡ ਤੇ ਲੱਤ ਵੱਜੀ। ਆਪਾਂ ਸ਼ੁਰੂ ਤੋਂ ਹੀ ਜੈ ਜਵਾਨ ਜੈ ਕਿਸਾਨ ਦੇ ਨਾਰੇ ਲਗਾਉਂਦੇ ਆ। ਅੱਜ ਕੀ ਹੋ ਰਿਹਾ? ਜਵਾਨ ਚਾਈਨਾ ਦੇ ਬਾਰਡਰ ਤੇ ਮਰ ਰਿਹਾ ਤੇ ਕਿਸਾਨ ਨੂੰ ਹੁਣ ਇਹਨਾਂ ਆਰਡੀਨੈਂਸਾਂ ਦੇ ਸਹਾਰੇ ਮਾਰਨ ਦੀ ਚੱਲ ਰਹੀ ਹੈ, ਸਾਰੀ ਰਣਨੀਤੀ ਬਣ ਰਹੀ ਹੈ। ਇਹਨਾਂ ਆਰਡੀਨੈਂਸ ਦੇ ਹਿਸਾਬ ਦੇ ਨਾਲ ਜੇ ਹੁਣ ਕਿਸਾਨ ਕਿਤੇ ਵੀ ਆਪਣੀ ਵੇਚ ਸਕਦਾ, ਆਪਣਾ ਜੋ ਵੀ ਉਹਨੇ ਉਗਾਇਆ ਉਹ ਆਪਣੀ ਫਸਲ ਵੇਚ ਸਕਦਾ। ਜੇ ਹੁਣ ਮੰਨ ਲਓ ਕਿਸਾਨ ਬੰਬੇ ਜਾ ਕੇ ਆਪਣੀ ਕੋਈ ਫਸਲ ਵੇਚ ਕੇ ਆਉਂਦਾ, ਆਪਣਾ ਚਾਹੇ ਮੱਕੀ ਵੇਚ ਕੇ ਆਉਂਦਾ, ਚਾਹੇ ਕਣਕ ਵੇਚ ਕੇ ਆਉਂਦਾ, ਜੇ ਉੱਥੇ ਉਹਦੇ ਨਾਲ ਧੋਖਾਧੜੀ ਹੁੰਦੀ ਹੈ, ਉਹ ਕਿਹਦੇ ਕੋਲ ਜਾਊਗਾ? ਤੁਸੀਂ ਕੀ ਸਮਝਦੇ ਵੀ ਅੰਬਾਨੀ ਆਪਣੀ ਕੰਪਨੀ ਦੇ ਬੰਦੇ ਇੱਥੇ ਖੜਾ ਕਰੇਗਾ? ਉਹਨਾਂ ਨੇ ਵੀ ਮਿਡਲਮੈਨ ਸਗੋਂ 5-6 ਹੋਰ ਵੱਧ ਜਾਣੇ ਆ। ਤੁਸੀਂ ਸਮਝ ਲਓ ਇੱਕ ਲੋਕਲ ਪ੍ਰੋਡਿਊਸਰ ਹੋਊਗਾ, ਇੱਕ ਡਿਸਟਰੀਬਿਊਟਰ ਹੋਊਗਾ, ਇੱਕ ਸਟੇਟ ਲੈਵਲ ਦਾ ਹੋਊਗਾ। ਸਟੇਟ ਲੈਵਲ ਵਾਲਾ ਉਹਨੂੰ ਖਰੀਦ ਕੇ ਦਿਆ ਕਰੂਗਾ। ਸਾਰਿਆਂ ਦੀ ਕਮਿਸ਼ਨਾਂ ਹੋਇਆ ਕਰਨਗੀਆਂ। ਪ੍ਰਧਾਨ ਮੰਤਰੀ ਵੱਲੋਂ ਲਗਾਤਾਰ ਇਹ ਬਿਆਨ ਦਿੱਤੇ ਜਾ ਰਹੇ ਨੇ ਆਪਣੇ ਲਾਈਵ ਸੈਸ਼ਨ ਦੇ ਵਿੱਚ ਕਿ MSP ਕੋਈ ਖਤਮ ਨਹੀਂ ਹੋ ਰਹੀ, ਵੀ ਭਰਮ ਫੈਲਾਇਆ ਜਾ ਰਿਹਾ ਕਿ MSP ਖਤਮ ਹੋ ਰਹੀ ਹੈ। ਜਿਸ ਤਰ੍ਹਾਂ ਕੱਲ੍ਹ ਉਹਨਾਂ ਨੇ MSP ਵੀ ਕਈ ਜਿਹੜੀਆਂ ਕ੍ਰੌਪਸ ਦੇ ਨੇ ਉਹ ਵੀ ਵਧਾ ਦਿੱਤੀ ਹੈ ਕਿ ਛਲਾਵਾ ਹੈ। ਫਿਰ ਉਹ ਤੋਂ ਲਗਾਤਾਰ ਕਹਿ ਰਹੇ ਨੇ ਕਿ MSP ਕੋਈ ਖਤਮ ਨਹੀਂ ਕਰ ਰਿਹਾ, ਵੀ ਲੋਕਾਂ ਨੂੰ, ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਦੇਖੋ MSP ਦਾ ਮਤਲਬ ਕੁਛ ਨਹੀਂ ਹੈ। MSP ਦਾ ਮਤਲਬ ਇਹ ਹੈ ਕਿ ਇਹ ਇੱਕ ਟੈਂਟੇਟਿਵ ਤੁਸੀਂ ਜੇ ਉਹਦੇ ਨਾਲ ਅਸ਼ੋਰਡ ਪ੍ਰੋਕਿਉਰਮੈਂਟ ਫਿਰ ਪਲੱਸ ਉਹਦੀ ਸਟੋਰੇਜ ਪਲੱਸ ਉਹਦੀ ਡਿਸਟਰੀਬਿਊਸ਼ਨ ਦਾ ਤੁਹਾਡੇ ਕੋਲ ਢਾਂਚਾ ਨਹੀਂ ਹੈਗਾ ਤੇ ਫਿਰ MSP ਦਾ ਕੋਈ ਮਤਲਬ ਨਹੀਂ। ਇਹ ਸਵਾਲ ਹੁਣ ਲੋਕਾਂ ਦੇ ਦਿਲਾਂ 'ਚ ਕਾਫੀ ਹੈ ਕਿਉਂਕਿ ਲੋਕ ਸਭਾ 'ਚ ਵੀ ਪਾਸ ਹੋ ਗਿਆ, ਰਾਜ ਸਭਾ 'ਚ ਵੀ ਪਾਸ ਹੋ ਗਿਆ, ਹੁਣ ਪ੍ਰੈਜ਼ੀਡੈਂਟ ਦੇ ਸਾਈਨ ਹੋਣੇ ਰਹਿ ਗਏ ਆ। ਕੀ ਰਾਸ਼ਟਰਪਤੀ ਕੋਲ ਪਾਵਰ ਹੈ ਕਿ ਉਹ ਰੋਕ ਦੇਵੇ ਇਸ ਬਿੱਲ ਨੂੰ ਜਾਂ ਸਾਈਨ ਨਾ ਕਰੇ? ਕਿ ਆਰਡੀਨੈਂਸ ਚੁੱਪ ਕੀਤੇ ਤੇ ਉੱਥੇ ਮੈਡਮ ਹਰਸਿਮਰਤ ਦਾ ਜਿਹੜਾ ਵੈ ਇੱਕ ਬੇਤੁਕਾ ਜਿਹਾ ਸਵਾਲ ਕਿ ਕੀ ਹੈ ਲੀਗਲੀ ਪੋਸੀਬਲ ਹੈ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਉਹ ਵੀ ਗੱਲ ਸਾਹਮਣੇ ਆ ਗਈ ਕਿ ਵੀ ਉਹਨਾਂ ਨੇ ਕੋਈ ਇਹਦੇ ਵਿੱਚ ਵਿਰੋਧ ਨਹੀਂ ਕੀਤਾ, ਸਿਰਫ ਪੁੱਛਿਆ ਵੀ ਲੀਗਲੀ ਇਹ ਪੋਸੀਬਲ ਹੈ। ਕੱਲ੍ਹ ਰਵੀ ਸ਼ੰਕਰ ਪ੍ਰਸਾਦ ਨੇ ਕਹਿਤਾ ਵੀ ਉਹਨਾਂ ਨੇ ਤਾਂ ਕਦੇ ਅਪੋਜ਼ ਹੀ ਨਹੀਂ ਕੀਤਾ। ਹੁਣ ਉਹ ਤਾਂ ਦੁਚਿੱਤੀ 'ਚ ਹੈਗੇ ਨੇ। ਅਕਾਲੀ ਦਲ ਵੀ ਐਕਸਪੋਜ਼ਡ ਹੈਗਾ ਵੈ। BJP ਤਾਂ ਬਿਲਕੁਲ ਹੀ ਐਂਟੀ ਫਾਰਮਰ, ਐਂਟੀ ਪੰਜਾਬ ਤੇ ਐਂਟੀ ਇੰਡੀਆ ਦੀ ਉਹਨਾਂ ਦੀ ਪਾਲਿਸੀਆਂ ਆ ਗਈਆਂ। ਹਿੰਦੁਸਤਾਨ ਦੇ ਸਾਰੇ ਐਡਾ ਵੱਡਾ 76% 80% ਸਾਡੀ ਪਾਪੂਲੇਸ਼ਨ ਇਹਦੇ 'ਚ ਇਨਵੋਲਵਡ ਹੋਵੇ ਤੇ ਉਹਨਾਂ ਦੇ ਕਿਸੇ ਸਟੇਕ ਹੋਲਡਰ ਨਾਲ ਤੁਹਾਡੀ ਗੱਲ ਵੀ ਨਾ ਹੋਵੇ ਤੇ ਤੁਸੀਂ ਬਿੱਲ ਲੈ ਕੇ ਆ ਜਾਓ। ਖੇਤੀ ਬਿੱਲਾਂ ਨੂੰ ਲੈ ਕੇ ਸਾਰੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਕਾਂਗਰਸ ਸਰਕਾਰ ਵੱਲੋਂ ਵੀ ਟਰੈਕਟਰ ਰੈਲੀ ਕੱਢੀ ਗਈ ਇਸ ਆਰਡੀਨੈਂਸ ਦੇ ਵਿਰੋਧ ਤੇ ਕਰਕੇ, ਪਰ ਅੱਜ ਰਾਜ ਸਭਾ ਦੇ ਵਿੱਚ ਵੀ ਤਿੰਨੋਂ ਆਰਡੀਨੈਂਸ ਪਾਸ ਹੋ ਗਏ ਨੇ ਅਤੇ ਹੁਣ ਰਾਸ਼ਟਰਪਤੀ ਦਾ ਇੰਤਜ਼ਾਰ ਹੈ। ਉਹਨਾਂ ਦੇ ਸਾਈਨ ਹੋਣੇ ਬਾਕੀ ਨੇ। ਸਾਡੇ ਨਾਲ ਇਸ ਸਮੇਂ ਕਾਂਗਰਸ ਦੇ ਬੁਲਾਰੇ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨ ਸੁਬਰਾਮਨਿਅਮ ਜੀ ਮੌਜੂਦ ਨੇ। ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਰਮਨ ਜੀ, ਮੇਰਾ ਪਹਿਲਾ ਸਵਾਲ ਤੁਹਾਡੇ ਨਾਲ ਇਹ ਹੈ ਕਿ ਕੇਂਦਰ ਸਰਕਾਰ ਨੂੰ ਅਜਿਹੀ ਕੀ ਜਲਦੀ ਸੀ ਕਿ ਇਹ ਆਰਡੀਨੈਂਸ ਲਿਆਉਣੇ ਪਏ? 3 ਆਰਡੀਨੈਂਸ ਜਿਹੜੇ ਖੇਤੀ ਦੇ ਲੈ ਕੇ ਆਉਂਦੇ ਨੇ, ਜਿਸ ਦੇ ਬਾਅਦ ਸਾਰੇ ਕਿਸਾਨ ਜਥੇਬੰਦੀਆਂ ਸੜਕਾਂ ਤੇ ਉਤਰੀਆਂ। ਕਿਹੜੀ ਇਹੋ ਜਿਹੀ ਕਾਹਲੀ ਸੀ ਕਿ ਜਿਹੜਾ ਸੈਸ਼ਨ ਦਾ ਵੀ ਨਹੀਂ ਵੇਟ ਕੀਤਾ ਤੇ ਪਹਿਲਾਂ ਹੀ ਆਰਡੀਨੈਂਸ ਕੇਂਦਰ ਸਰਕਾਰ ਨੂੰ ਲੈ ਕੇ ਆਣੇ ਪਏ? ਇਸ ਗੱਲ ਦਾ ਜਿਹੜਾ ਸਵਾਲ ਤੁਸੀਂ ਕੀਤਾ ਵੈ, ਇਹਦਾ ਜਵਾਬ ਤਾਂ ਮੇਰਾ ਖਿਆਲ ਸਾਰਾ ਹਿੰਦੁਸਤਾਨ ਭਾਲਦਾ ਫਿਰਦਾ ਵੈ ਕਿ ਵੀ ਇਹ ਕੀ ਗੱਲ ਸੀ ਕਿ ਵੀ ਇੱਕੋ ਦਮ ਤੁਹਾਨੂੰ ਆਰਡੀਨੈਂਸ ਲਿਆਉਣੇ ਪੈ ਗਏ। ਕਰੋਨਾ ਦੀ ਮਹਾਮਾਰੀ ਹੈ, ਲੋਕਾਂ ਦੀ ਇਸ ਟਾਈਮ ਹੋਰ ਬੜੀ ਜ਼ਰੂਰਤਾਂ ਹੈਗੀਆਂ। ਮੇਰਾ ਆਪਣਾ ਇਹ ਮੰਨਣਾ ਹੈਗਾ ਵੈ ਕਿ ਪਿੱਛੇ ਜਿਹੜੇ GDP ਦੇ -23.9% ਦੀ ਜਿਹੜੀ GDP ਦੀ ਫਿਗਰ ਆਈ ਸੀਗੀ, ਉਹਦੇ ਵਿੱਚ ਇਕੱਲਾ ਐਗਰੀਕਲਚਰ ਇੱਕ ਸੈਕਟਰ ਸੀ ਜਿਹੜਾ 3.5% ਦੇ ਨੇੜੇ ਤੇੜੇ ਗਰੋ ਕੀਤਾ। ਸੋ ਇਹਦਾ ਮਤਲਬ ਕਿ ਉਹਦੀ ਇੱਕ ਡਿਮਾਂਡ ਸੀਗੀ, ਕਿਉਂਕਿ ਜ਼ਰੂਰੀ ਵਸਤੂਆਂ ਐਗਰੀਕਲਚਰ ਤੋਂ ਹੀ ਪ੍ਰੋਡਿਊਸ ਹੁੰਦੀਆਂ ਹਨ। ਇਹਨਾਂ ਦੇ ਜਿਹੜੇ ਸਾਥੀ, ਉਹਨਾਂ ਨੂੰ ਲੱਗਿਆ ਕਿ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੇ ਸਰਵਾਈਵ ਕਰਨਾ ਮੈਂ ਤਾਂ ਸਾਨੂੰ ਐਗਰੀਕਲਚਰ ਸੈਕਟਰ ਦੇ ਵਿੱਚ ਵੀ ਐਂਟਰ ਕਰਨਾ ਪੈਣਾ। ਇਹ ਵੀ
ਚਰਚਾਵਾਂ ਹੈਗੀਆਂ ਮੈਂ ਕਿ ਜਿਹੜੀਆਂ ਵੱਡੀਆਂ ਵਾਲਮਾਰਟ ਹੈਗੇ ਆ, ਐਮਾਜ਼ੋਨ ਹੈਗੇ ਆ, ਇਹਨਾਂ ਦੇ ਨਾਲ ਰਿਲਾਇੰਸ ਡਿਫਰੈਂਟ ਪਲੇਟਫਾਰਮਸ 'ਤੇ ਉਹਨਾਂ ਨਾਲ ਡੀਲ ਕਰਦਾ ਪਿਆ ਹੈਗਾ ਵਾ। ਇੱਕ ਹੋਰ ਵੀ ਤੁਹਾਨੂੰ ਦੱਸ ਦਿੰਦਾ ਮੈਂ, ਇਹਨਾਂ ਨੇ ਕਿਸ਼ੋਰ ਬਿਆਨੀ ਦਾ ਗਰੁੱਪ ਜਿਹੜਾ ਵਾ ਰਿਲਾਇੰਸ ਨੇ ਟੇਕ ਓਵਰ ਕਰ ਲਿਆ ਵਾ, ਫਿਊਚਰ ਗਰੁੱਪ। ਇਹ ਜਿਹੜੀਆਂ ਚੀਜ਼ਾਂ ਉਹਨੂੰ ਸ਼ੱਕ ਪੈਦਾ ਇਹ ਕਰਦੀਆਂ ਮੈਂ ਵੀ ਇਹ ਅਰਜੈਂਸੀ ਇਸ ਕਰਕੇ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਆਪਣੇ ਜਿਹੜੇ ਖਾਸ ਮਫਾਦ, ਕੋਈ ਇਹੋ ਜਿਹੇ ਲੋਕ ਜਿਨ੍ਹਾਂ ਤੋਂ ਪੋਲੀਟੀਕਲ ਸਾਨੂੰ ਜਿਹੜਾ ਵਾ ਸਰਮਾਇਆ ਆਉਂਦਾ ਵਾ, ਪੈਸਾ ਆਉਂਦਾ ਵਾ, ਉਹ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰੀਏ। ਦੋ ਚੀਜ਼ਾਂ ਬੜੀਆਂ ਇੰਪੋਰਟੈਂਟ। ਆਰਡੀਨੈਂਸ ਦਾ ਰੂਟ ਉਦੋਂ ਲਿੱਤਾ ਜਾਂਦਾ ਵਾ ਜਦੋਂ ਬੜੀ ਐਮਰਜੈਂਸੀ ਹੋਵੇ। ਆਰਡੀਨੈਂਸ ਉਦੋਂ ਹੁੰਦੇ ਵਾ ਜਦੋਂ ਸੈਸ਼ਨ ਨਾ ਹੋਵੇ, ਔਰ ਫਿਰ ਸਾਨੂੰ ਜਦੋਂ ਸੈਸ਼ਨ ਅਸੀਂ ਕਾਲ ਕਰਦੇ ਹਾਂ ਤਾਂ ਉਹਦੇ ਵਿੱਚ ਉਹਨੂੰ ਅਸੀਂ ਬਿੱਲ ਦੇ ਵਿੱਚ ਇੰਟਰੋਡਿਊਸ ਕਰ ਦਿੰਦੇ ਹਾਂ। ਮੈਂ ਇੱਕ ਗੱਲ 'ਤੇ ਬੜਾ ਹੈਰਾਨ ਹੈ ਕਿ ਹਿੰਦੁਸਤਾਨ ਦੀ ਲਗਭਗ ਜਿਹੜੀ ਹੈਗੀ ਹੈ 76 ਤੋਂ ਲੈ ਕੇ 80% ਆਬਾਦੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਐਗਰੀਕਲਚਰ ਨਾਲ ਜੁੜੀ ਹੋਈ ਹੈ। ਐਗਰੀਕਲਚਰ ਇਕੋਨਮੀ ਤੋਂ ਬਿਨਾਂ ਸਾਡਾ ਬਿਲਕੁਲ ਪੋਸੀਬਲ ਨਹੀਂ ਹੈ ਕਿ ਵੀ ਅਸੀਂ ਆਪਣੇ ਇੱਥੇ ਲੋਕਾਂ ਨੂੰ ਲਾਈਵਲੀਹੁੱਡ ਦੇ ਸਕੀਏ, ਕਿਉਂਕਿ ਇਹ ਇੱਕ ਇਹੋ ਜਿਹਾ ਧੰਦਾ ਹੈ ਜਾਂ ਇੱਕ ਇਹੋ ਜਿਹਾ ਆਕੂਪੇਸ਼ਨ ਹੈ ਜਿਹੜਾ ਕਿ ਸਾਡੇ ਜ਼ਿਆਦਾਤਰ ਲੋਕ ਸਮਝਦੇ ਹੈ। ਈਵਨ ਜਿਹੜਾ ਪੜ੍ਹਿਆ ਲਿਖਿਆ ਨਹੀਂ ਵੀ ਹੈ ਉਸ ਨੂੰ ਵੀ ਖੇਤੀਬਾੜੀ ਦੇ ਬਾਰੇ ਨੌਲੇਜ ਹੈ। ਸਾਡੇ ਕਈ ਪਰਿਵਾਰ ਨੇ, ਜੁਆਇੰਟ ਫੈਮਲੀਜ਼ ਨੇ, ਉਹ ਚਾਹੇ ਐਗਰੀਕਲਚਰ ਇੰਪਲੀਮੈਂਟਸ ਬਣਾਉਂਦੇ ਆ, ਚਾਹੇ ਉਹ ਠੇਕੇ 'ਤੇ ਖੇਤੀਬਾੜੀ ਕਰਦੇ ਆ, ਚਾਹੇ ਉਹ ਹੋਰ ਤਰ੍ਹਾਂ ਦੀ ਲੇਬਰ ਕਰਦੇ ਆ। ਇਸ ਤਰ੍ਹਾਂ ਜੁੜਿਆ ਹੋਇਆ ਵਾ ਵੀ ਜਿੱਥੇ ਹਰ ਘਰ ਦੇ ਵਿੱਚ ਰੋਟੀ ਜਿਹੜੀ ਐਗਰੀਕਲਚਰ ਤੋਂ ਪੱਕਦੀ ਹੈਗੀ। ਇਹ ਸਟਰੈਂਥਨ ਕਰਨ ਦੀ ਬੜੀ ਲੋੜ ਹੈ, ਔਰ ਸਟਰੈਂਥਨ ਕਰਨ ਦੀ ਇਸ ਟਾਈਮ ਇਸ ਕਰਕੇ ਲੋੜ ਹੈ ਕਿ ਵੀ ਸਾਡਾ ਹਰ ਜਿਹੜਾ ਘਰ ਹੈਗਾ ਵਾ ਉਸ ਨੂੰ ਪੱਕੀ ਬੱਧੀ ਆਮਦਨ ਮਿਲਣੀ ਚਾਹੀਦੀ ਹੈ। MSP ਦਾ ਜਿਹੜਾ ਸਿਸਟਮ ਹੈ, ਜਿਹੜਾ ਮਿਨੀਮਮ ਅਸ਼ੋਰਡ ਪ੍ਰਾਈਸ ਵਾਲਾ ਸਿਸਟਮ ਹੈ, ਔਰ ਗਰੰਟਿਡ ਅਨਲਿਮਟਿਡ ਲਿਫਟਿੰਗ ਦਾ ਹੈਗਾ ਵਾ, ਉਹ ਪੰਜਾਬ ਔਰ ਹਰਿਆਣਾ ਦੇ ਵਿੱਚ ਬਿਲਕੁਲ ਵੈਲ ਐਸਟੈਬਲਿਸ਼ਡ ਹੈ। ਔਰ ਅੱਜ ਜੇ ਤੁਸੀਂ ਪੰਜਾਬ ਭਰ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾਓ ਔਰ ਬਾਕੀ ਸੂਬਿਆਂ 'ਚ ਜਾਓ, ਤੁਸੀਂ ਦੇਖੋਗੇ ਕਿ ਵੀ ਇੱਥੋਂ ਦੇ ਕਿਸਾਨ ਕਿਸ ਤਰ੍ਹਾਂ ਖੁਸ਼ਹਾਲ ਹੋਏ ਨੇ ਓਵਰ ਦਾ ਈਅਰ। ਚਾਹੇ ਗ੍ਰੀਨ ਰੈਵੋਲੂਸ਼ਨ ਉਹਦੇ ਨੈਗੇਟਿਵ ਪੋਜ਼ੀਟਿਵ ਆਸਪੈਕਟਸ ਹੈਗੇ ਨੇ, ਪਰ ਖੁਸ਼ਹਾਲੀ ਬਾਰੇ ਕੋਈ ਦੋ ਰਾਏ ਨਹੀਂ ਹੈ। ਹਿੰਦੁਸਤਾਨ ਦੇ ਵਿੱਚ ਜੇ ਫੂਡ ਸਿਕਿਉਰਿਟੀ ਕਿਸੇ ਨੇ ਪੂਰੀ ਕੀਤੀ ਤੇ ਇਹ ਦੋ ਸੂਬਿਆਂ ਦਾ ਮੋਢੀ ਰੋਲ ਰਿਹਾ ਵੈ। ਔਰ ਫਿਰ ਜਿਹੜਾ ਇਨਫਰਾਸਟਰਕਚਰ ਅਸੀਂ ਡਿਵੈਲਪ ਕੀਤਾ ਓਵਰ ਦਾ ਈਅਰਸ, ਚਾਹੇ ਉਹ ਇਰੀਗੇਸ਼ਨ ਦਾ ਵੈ, ਚਾਹੇ ਉਹ ਇਲੈਕਟ੍ਰਿਸਿਟੀ ਦਾ ਵੈ, ਚਾਹੇ ਉਹ ਸੜਕਾਂ ਦਾ ਵੈ, ਚਾਹੇ ਉਹ ਮੰਡੀਆਂ ਦਾ ਵੈ, ਜੋ ਪੰਜਾਬ ਦੇ ਵਿੱਚ ਹੈਗਾ ਵੈ, ਉਹ ਅਸੀਂ ਜਿਹੜਾ ਮੰਡੀ ਫੀਸ ਤੋਂ ਲੈਂਦੇ ਹਾਂ ਉਸ ਤੋਂ ਡਿਵੈਲਪ ਕਰਕੇ ਜਾਂ ਹੋਰ ਰਿਸੋਰਸਿਸ ਦੇ ਥਰੂ ਡਿਵੈਲਪ ਕੀਤਾ, ਉਹ ਐਡਾ ਜ਼ਬਰਦਸਤ ਹੈ ਕਿ ਵਿਚ ਇਜ਼ ਐਬਸੋਲੂਟਲੀ ਮਿਸਿੰਗ। ਜਿਹੜਾ ਕਹੀਏ ਕਿ ਆਪਾਂ ਯੂਪੀ ਬਿਹਾਰ ਦੇ ਵਿੱਚ ਹੁਣ ਗੱਲ ਕੁਐਸਚਨ ਇਹ ਬਣਦਾ ਵੈ ਵੀ ਇਹ ਜਿਹੜੇ 3 ਆਰਡੀਨੈਂਸ ਹੈਗੇ ਆ, ਇਹ ਕੀ ਪੰਜਾਬ ਦੇ ਵਿੱਚ ਵੜਨ ਦੀ ਇੰਨੀ ਕਾਲੀ ਕੀ ਹੈਗੀ ਹੈ ਜੋ ਪੰਜਾਬ 'ਚ ਇੰਨਾ, ਪੰਜਾਬ ਹਰਿਆਣੇ 'ਚ ਇੰਨਾ ਰੋ ਕਿ ਵੀ ਲੋਕ ਜਿਹੜੇ ਹੈਗੇ ਆ ਸੜਕਾਂ 'ਤੇ ਆ ਗਏ ਆ ਔਰ ਅੱਜ ਆਰ ਪਾਰ ਦੀ ਲੜਾਈ ਦੇ ਵਿੱਚ ਖੜੇ ਹੋ ਗਏ ਆ। ਔਰ ਉਸ ਦੇ ਵਿੱਚ ਇਹ ਕੀ ਕਾਲੀ ਸੀ? ਕਿਹਾ ਜਾ ਸਕਦਾ ਸੀਗਾ ਕਿ MSP ਸਿਸਟਮ ਕੰਟੀਨਿਊ ਰਹੂਗਾ, ਅਸ਼ੋਰਡ ਮਾਰਕੀਟਿੰਗ ਅਸੀਂ ਕੰਟੀਨਿਊ ਕਰਾਂਗੇ। ਇਹ ਸਾਰਾ ਦਾ ਸਾਰਾ ਤਾਣਾ ਬਾਣਾ ਹਿਲ ਜਾਣਾ ਵਾ। ਇਹਦਾ ਇੱਕ ਬੜਾ ਵੱਡਾ ਕਾਰਨ, ਇਹਦਾ ਵੱਡਾ ਕਾਰਨ ਇਹ ਵੈ ਕਿ ਜਿਹੜੀ FCI ਹੈਗੀ ਹੈ, FCI ਦੇ ਬਾਰੇ ਸੁਣਿਆ ਜਾਂਦਾ ਵਾ ਵੀ 6 ਲੱਖ ਕਰੋੜ ਦਾ ਉਸ 'ਤੇ ਇਸ ਟਾਈਮ ਵਿਆਜ ਦਾ ਬੋਝ ਹੈ। ਉਹਦਾ ਜਿਹੜਾ 6 ਔਰ ਸਾਡੀ GDP ਹਿਲ ਗਈ ਹੈ। ਮੋਦੀ ਸਾਹਿਬ ਦੀ ਬਿਲਕੁਲ ਜਿਹੜੀ ਮਾਰਕੀਟ ਦੀ ਫੋਰਸਿਸ ਦੀ ਹੈਗੀ ਆ ਕਿ ਅਸੀਂ ਸਬਸਿਡੀਆਂ ਖਤਮ ਕਰ ਦੇਣੀਆਂ, ਅਸੀਂ ਸਬਸਿਡੀਆਂ ਖਤਮ ਕਰ ਦੇਣੀਆਂ। ਔਰ ਜਿਹੜਾ ਇਹ 2-2 ਹਜ਼ਾਰ ਦਾ ਐਕਸਪੈਰੀਮੈਂਟ, ਜੇ ਤੁਸੀਂ ਕਿਸਾਨਾਂ ਬਾਰੇ ਸੁਣਿਆ 6000 ਰੁਪਇਆ, ਉਹ ਇੱਕ ਐਕਸਪੈਰੀਮੈਂਟ ਹੈ ਕਿ ਇਸ ਚੀਜ਼ ਨੂੰ ਸਮਝਣ ਲਈ ਕਿ ਵੀ ਇਹ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਪੈਸੇ ਡਿਸਟਰੀਬਿਊਟ ਕਰਨੇ ਆ। ਅਲਟੀਮੇਟਲੀ ਉਹ ਜਿਹੜਾ PDS ਸਿਸਟਮ ਹੈ, ਉਹ PDS ਸਿਸਟਮ ਨੂੰ ਇਹ ਖਤਮ ਕਰਨਾ ਚਾਹੁੰਦੇ ਆ। ਇਹ ਕਹਿੰਦੇ ਵੀ ਅਸੀਂ ਲੋਕਾਂ ਨੂੰ ਪੈਸੇ ਦੇ ਦਈਏ, ਉਹ ਮਾਰਕੀਟ ਫੋਰਸਿਸ ਦੇ ਹਿਸਾਬ ਨਾਲ ਜਾ ਕੇ ਚੀਜ਼ਾਂ ਖਰੀਦਣ। ਉਹ ਜਿਹੜੀ ਚੀਜ਼ ਹੈਗੀ ਹੈ, ਔਰ ਮਾਰਕੀਟ ਫੋਰਸਿਸ ਦਾ ਕੀ ਹੈ ਕਿ ਜਦੋਂ ਬੰਦਾ ਇੱਕ ਬਾਜ਼ਾਰ 'ਚ ਜਾਂਦਾ ਵੈ, ਉਹਦੇ ਜੇ ਤਾਂ ਲੋੜ ਹੈ, ਡਿਮਾਂਡ ਐਂਡ ਸਪਲਾਈ, ਜੇ ਤਾਂ ਲੋੜ ਹੈਗੀ ਹੈ ਤੇ ਉਹਦੀ ਚੀਜ਼ ਰੇਟ ਜ਼ਿਆਦਾ ਹੁੰਦਾ ਵੈ, ਜੇ ਸਪਲਾਈ ਜ਼ਿਆਦਾ ਹੋਵੇ ਤਾਂ ਗਲਟ ਆ ਜਾਂਦਾ ਵੈ। ਸਾਰਿਆਂ ਨਾਲੋਂ ਜਿਹੜਾ ਹੁਣ ਡੇਂਜਰਸ ਗੱਲ ਜਿਹੜੀ ਹੋ ਰਹੀ ਹੈ, ਉਹ ਇਹ ਹੋ ਰਹੀ ਹੈ ਕਿ ਵੀ ਜਿਹੜਾ ਇੰਨੇ ਸਾਲਾਂ ਦੇ ਵਿੱਚ ਅਸੀਂ ਇਹ ਢਾਂਚਾ ਐਡਾ ਡਿਵੈਲਪ ਕੀਤਾ, ਔਰ ਜਿਹੜਾ ਕਿ ਢਾਂਚਾ ਸਾਨੂੰ ਸਾਰੇ ਹਿੰਦੁਸਤਾਨ 'ਚ ਲੈ ਕੇ ਜਾਣਾ ਚਾਹੀਦਾ ਸੀਗਾ, ਉਹ ਜਿੱਥੇ
ਤਾਂ ਕਿ ਸਾਰੇ ਦੇ ਸਾਰੇ ਹਿੰਦੁਸਤਾਨ ਦੇ ਕਿਸਾਨ ਜਿਹੜੇ ਆ ਸਮਰਿੱਧ ਹੋਣ, ਸਾਰੇ ਹਿੰਦੁਸਤਾਨ ਦੇ ਕਿਸਾਨ ਜਿਹੜੇ ਹੈ ਉਹਨਾਂ ਦੇ ਘਰ ਘਰ ਰੋਟੀ ਮਿਲੇ। ਅੱਜ ਦੀ ਡੇਟ ਦੇ ਵਿੱਚ ਉਹ ਸਾਰਿਆਂ ਦੇ ਢਿੱਡ ਤੇ ਲੱਤ ਵੱਜੀ ਹੈ। ਬਿਹਾਰ ਦੇ ਵਿੱਚ ਤੁਸੀਂ ਦੇਖ ਲਵੋ, ਬਿਹਾਰ 'ਚ APMC ਕਾਨੂੰਨ ਨਹੀਂ ਹੈਗਾ, ਪਰ ਉੱਥੇ ਜਾ ਕੇ ਪੁੱਛੋ ਜਿਹੜੀ ਮੱਕੀ ਹੈਗੀ ਹੈ 1800-1900 ਰੁਪਏ ਰੇਟ ਉਹਦਾ MSP ਹੈਗਾ ਵਾ, 1000-1100 ਰੁਪਏ ਦੇ ਵਿਕਦੀ ਹੈ। ਬਾਕੀ ਦੀਆਂ ਜਿਹੜੀਆਂ MSP ਦੀਆਂ ਕ੍ਰੌਪਸ ਹੈ ਉਹਦੇ 'ਚ ਅਸ਼ੋਰਡ ਮਾਰਕੀਟਿੰਗ ਜਾਂ ਪ੍ਰੋਕਿਉਰਮੈਂਟ ਹੈ ਨਹੀਂ ਗੀ। ਕੇਰਲਾ ਦਾ ਮੈਂ ਤੁਹਾਨੂੰ ਦੱਸਦਾ ਪਿਆ ਮੈਂ ਵੀ ਕੇਰਲਾ ਦੇ ਵਿੱਚ ਕੋਕੋਨਟ ਬੋਰਡ ਹੈਗਾ ਵਾ, ਉੱਥੇ ਕੋਕੋਨਟ ਬੋਰਡ ਨੇ ਉੱਥੇ ਇਹਨਾਂ ਨੇ ਕਿਹਾ ਕਿ ਵੀ ਅਸੀਂ ਉਹਨੂੰ ਡਿਸਮੈਂਟਲ ਕਰ ਦੇਣਾ। ਉਹ 10 ਰੁਪਏ ਦਾ ਇੱਕ ਕੋਕੋਨਟ ਖਰੀਦਦੇ ਸੀ, ਇਹਨਾਂ ਨੇ ਨਵਾਂ ਉਹਨੂੰ ਡਿਸਮੈਂਟਲ ਕਰ ਦਿੱਤਾ। ਉਹ ਡਿਸਮੈਂਟਲ ਕਰਕੇ ਉਹਨੂੰ ਕਹਿ ਦਿੱਤਾ ਕਿ ਵੀ ਨਹੀਂ 10 ਰੁਪਏ ਦਾ ਨਹੀਂ, ਅਸੀਂ ਤਾਂ ਜੀ 40 ਰੁਪਏ ਦਾ ਤੇਰੇ ਤੋਂ ਖਰੀਦਾਂਗੇ। ਉਹ 40 ਰੁਪਏ ਦੇ ਵਿੱਚ ਉਹਦੀ ਪਟਾਈ, ਉਹਦੀ ਸਾਂਭ ਸੰਭਾਲ 36-37 ਰੁਪਏ, ਜਿੱਥੇ ਬੰਦੇ ਨੂੰ ਕਿਸਾਨ ਨੂੰ ਸਿੱਧਾ 10 ਰੁਪਏ ਬਚਦਾ ਸੀਗਾ, ਅੱਜ 3 ਰੁਪਏ ਬਚ ਰਿਹਾ ਵਾ। ਔਰ ਉਸ ਟਾਈਮ ਹੁਣ ਉੱਥੇ ਬੜੀ ਪ੍ਰੋਬਲਮ ਆਈ ਹੋਈ ਹੈ। ਮੇਰਾ ਇਹ ਮੰਨਣਾ ਮੈਂ ਵੀ ਹਿੰਦੁਸਤਾਨ ਦਾ ਜਿਹੜਾ ਆਰਕੀਟੈਕਚਰ ਹੈ, ਹਿੰਦੁਸਤਾਨ ਦਾ ਐਗਰੀਕਲਚਰ ਦਾ ਜਿਹੜਾ ਆਰਕੀਟੈਕਚਰ ਹੈ ਉਹ ਡਿਫਰੈਂਟ ਹੈ। ਅਸੀਂ ਦੂਜੇ ਦੇਸ਼ਾਂ ਦੇ ਬਰਾਬਰ ਨਹੀਂ ਹੈਗੇ ਆ। ਅਸੀਂ ਅਮਰੀਕਾ ਜਾਂ ਕੈਨੇਡਾ ਜਾਂ ਯੂਰਪ ਦੀਆਂ ਗੱਲਾਂ ਨਹੀਂ ਕਰਦੇ, ਕਿਉਂਕਿ ਉੱਥੇ ਜਿਹੜੀ ਲਗਭਗ ਜਿਹੜੀ ਹੈ 30 ਤੋਂ 35 ਲੱਖ 40 ਲੱਖ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਸਾਡੀ ਸਾਰੀ ਸਬਸਿਡੀ ਤੁਸੀਂ ਬਣਾ ਲਓ, ਬਿਜਲੀ ਦੀ ਪਾ ਲਓ, ਫਰਟੀਲਾਈਜ਼ਰ ਦੀ ਪਾ ਲਓ, ਬੀਆਂ, ਮਤਲਬ ਕਿਸੇ ਚੀਜ਼ ਨੂੰ ਵੀ ਬਣਾ ਲਓ, ਉਹ 15-20 ਹਜ਼ਾਰ ਤੋਂ ਵੱਧ ਨਹੀਂ ਪੈਂਦੀ। ਅਤੇ ਇਹਦੇ ਵਿੱਚ ਇਸ ਕਰਕੇ ਸਾਨੂੰ ਜਿਹੜਾ MSP ਸਿਸਟਮ ਹੈਗਾ ਵੈ ਉਹ ਹਰ ਹਾਲਤ ਕੰਟੀਨਿਊ ਕਰਨਾ ਪਵੇਗਾ ਔਰ ਅਸੀਂ ਕਰਾਂਗੇ। ਤੁਸੀਂ MSP ਦੀ ਗੱਲ ਕੀਤੀ ਹੈ ਕਿ ਕੰਟੀਨਿਊ ਰੱਖਣਾ ਚਾਹੀਦਾ, ਪਰ ਪ੍ਰਧਾਨ ਮੰਤਰੀ ਵੱਲੋਂ ਲਗਾਤਾਰ ਇਹ ਬਿਆਨ ਦਿੱਤੇ ਜਾ ਰਹੇ ਨੇ ਆਪਣੇ ਲਾਈਵ ਸੈਸ਼ਨ ਦੇ ਵਿੱਚ ਕਿ MSP ਕੋਈ ਖਤਮ ਨਹੀਂ ਹੋ ਰਹੀ, ਵੀ ਭਰਮ ਫੈਲਾਇਆ ਜਾ ਰਿਹਾ ਕਿ MSP ਖਤਮ ਹੋ ਰਹੀ ਹੈ। ਜਿਸ ਤਰ੍ਹਾਂ ਕੱਲ੍ਹ ਉਹਨਾਂ ਨੇ MSP ਵੀ ਕਈ ਜਿਹੜੀਆਂ ਕ੍ਰੌਪਸ ਨੇ ਉਹ ਵੀ ਵਧਾ ਦਿੱਤੀ ਹੈ ਕਿ ਛਲਾਵਾ ਹੈ, ਫਿਰ ਉਹ ਤੋਂ ਲਗਾਤਾਰ ਕਹਿ ਰਹੇ ਨੇ ਕਿ MSP ਕੋਈ ਖਤਮ ਨਹੀਂ ਕਰ ਰਿਹਾ, ਵੀ ਲੋਕਾਂ ਨੂੰ, ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਮੈਂ ਬਿਲਕੁਲ ਤੁਹਾਡੀ ਇਸ ਗੱਲ ਦਾ ਜਵਾਬ ਦਿੰਦਾ। ਮੈਂ ਸ਼ਾਂਤਾ ਕੁਮਾਰ ਕਮੇਟੀ ਦੀ ਇੱਕ ਰਿਪੋਰਟ ਆਈ ਸੀ ਬਹੁਤ ਦੇਰ ਪਹਿਲਾਂ। ਸ਼ਾਂਤਾ ਕੁਮਾਰ ਕਮੇਟੀ ਨੇ ਇਹ ਕਿਹਾ ਸੀਗਾ ਕਿ ਇਹ ਜਿਹੜੀ FCI ਹੈ, ਕਿਉਂਕਿ FCI ਮੇਨ ਨੋਡਲ ਏਜੰਸੀ ਹੈ ਜਿਹੜੀ ਪ੍ਰੋਕਿਉਰ ਕਰਦੀ ਹੈ ਔਰ ਫਿਰ ਉਹਨੂੰ PDS ਦੇ ਵਿੱਚ ਡਿਸਟਰੀਬਿਊਟ ਕਰਦੀ ਹੈ। ਉਹਨਾਂ ਨੇ ਕਿਹਾ ਸੀਗਾ ਕਿ ਵੀ ਇਹ ਜਿਹੜਾ ਵਾ ਢਾਂਚਾ, ਇਸ ਨੂੰ ਸਾਨੂੰ ਹੁਣ ਡਿਸਮੈਂਟਲ ਕਰ ਦੇਣਾ ਚਾਹੀਦਾ ਵਾ। ਔਰ ਜੇ ਤੁਸੀਂ ਇਸ ਦੇ ਵਿੱਚ ਉਸ ਕਮੇਟੀ ਦੀ ਰਿਪੋਰਟ ਚੱਕ ਕੇ ਅੱਜ ਦੇ ਆਰਡੀਨੈਂਸ ਪੜ੍ਹੋ, ਤੁਹਾਨੂੰ ਬਿਲਕੁਲ ਲੱਬੋ ਲਬਾਬ ਸੇਮ ਮਿਲ ਜਾਏਗਾ। ਜਿਹੜੀ ਚੀਜ਼ ਨੇ MSP ਸਪੋਰਟ ਕਰਨੀ ਆ ਉਹ ਹੈਗੀ FCI। ਜੇ FCI ਨਹੀਂ ਰਹੇਗੀ ਤਾਂ ਫਿਰ ਕਿਹੜੀ ਚੀਜ਼, ਕੌਣ ਉਹਦੀ MSP ਤਾਂ ਅੱਜ ਕਾਟਨ 'ਤੇ ਵੀ ਹੈ, MSP ਤਾਂ ਅੱਜ ਮੱਕੀ 'ਤੇ ਵੀ ਹੈ। ਉਹ ਕਿਹੜੀਆਂ ਕ੍ਰੌਪਸ ਜਿਹੜੀਆਂ ਮੈਂ ਤੁਸੀਂ MSP 'ਤੇ ਪ੍ਰੋਕਿਉਰ ਕਰਦੇ ਪਏ ਹੋ। ਅੱਜ ਹੀ ਆਪਣੇ ਕਾਟਨ ਦੀ ਜਿਹੜਾ ਰੇਟ ਹੈਗਾ ਵੈ ਉਹ 51-52 ਰੁਪਏ MSP 'ਤੇ ਹੈ, ਅਤੇ ਤੁਸੀਂ ਉਹ 4100 4200 4400 'ਤੇ ਵਿਕਦੀ ਪਈ ਹੈ। ਮੇਰਾ ਇਹ ਮੰਨਣਾ, ਦੇਖੋ MSP ਦਾ ਮਤਲਬ ਕੁਛ ਨਹੀਂ ਹੈ। MSP ਦਾ ਮਤਲਬ ਇਹ ਹੈ ਕਿ ਇੱਕ ਟੈਂਟੇਟਿਵ ਤੁਸੀਂ, ਜੇ ਉਹਦੇ ਨਾਲ ਅਸ਼ੋਰਡ ਪ੍ਰੋਕਿਉਰਮੈਂਟ, ਫਿਰ ਪਲੱਸ ਉਹਦੀ ਸਟੋਰੇਜ, ਪਲੱਸ ਉਹਦੀ ਡਿਸਟਰੀਬਿਊਸ਼ਨ ਦਾ ਤੁਹਾਡੇ ਕੋਲ ਢਾਂਚਾ ਨਹੀਂ ਹੈਗਾ, ਅਤੇ ਫਿਰ MSP ਦਾ ਕੋਈ ਮਤਲਬ ਨਹੀਂ ਹੈ। MSP ਰਹੇਗੀ। MSP ਤਾਂ ਤੁਸੀਂ ਕਣਕ 'ਤੇ ਜਾਂ ਜਿਹੜੇ ਝੋਨੇ 'ਤੇ ਤੁਸੀਂ 50 ਰੁਪਏ ਵਧਾਈ ਹੈਗੀ ਹੈ, ਜਿਹੜੀ ਕੱਲ੍ਹ ਪਰਸੋਂ ਵਧਾਈ ਹੈ, ਤੁਸੀਂ ਇਹਦੇ 'ਚ 200 ਰੁਪਏ ਕਿਉਂ ਨਹੀਂ ਵਧਾਈ? ਤੁਸੀਂ ਇਸ 'ਤੇ 500 ਰੁਪਏ ਕਿਉਂ ਨਹੀਂ ਵਧਾਈ? ਬਾਕੀਆਂ 'ਤੇ ਤੁਸੀਂ ਜ਼ਿਆਦਾ ਵਧਾਈ, ਇਹ 'ਚ 2.6% ਸਾਰੀ ਵਧੀ ਹੈ। ਹਾਲੇ ਤੱਕ ਹਿਸਟਰੀ 'ਚ ਸਾਰਿਆਂ ਨਾਲੋਂ ਘੱਟ ਵਾਧਾ ਦਿੱਤਾ ਵੈ। ਕਿਉਂ? ਮੈਂ ਇੱਕ ਹੋਰ ਵੀ ਤੁਹਾਨੂੰ ਇਹਦੀ ਇੱਕ ਬੜਾ ਐਗਜ਼ਾਮਪਲ ਇੱਕ ਹੋਰ ਦੇ ਕੇ ਇਹਦੇ ਆਪਣੇ ਤੁਹਾਡੇ ਵਿਊਅਰਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਤੁਹਾਨੂੰ ਯਾਦ ਹੋਣਾ ਮੈਂ ਕਿ ਜਦੋਂ ਪਿੱਛੇ ਜੇ ਤੇਲ ਦਾ ਬਹੁਤ ਜ਼ਿਆਦਾ ਰੇਟ ਹੋ ਗਿਆ ਸੀਗਾ ਕਾਂਗਰਸ ਸਰਕਾਰ ਦੇ ਦੌਰਾਨ, ਜਿਹਦੇ ਨਾਲ ਸਾਡਾ ਬੜਾ ਜ਼ਿਆਦਾ ਫਿਸਕਲ ਡੈਫਿਸਿਟ ਵੀ ਹੋ ਗਿਆ ਸੀਗਾ। $147 ਦੇ ਨੇੜੇ ਤੇੜੇ ਬੈਰਲ ਵੀ ਚਲੇ ਗਏ ਸੀ। ਐਵਰੇਜ 110-11 ਡਾਲਰ ਦੀ ਬਾਸਕਟ ਬਣੀ ਸੀਗੀ। ਅਸੀਂ ਉਦੋਂ ਵੀ ਬੜੀ ਜ਼ਬਰਦਸਤ ਸਬਸਿਡੀ ਦੀ ਮਾਰ ਖਾਧੀ। ਔਰ ਤੁਹਾਨੂੰ ਯਾਦ ਹੋਣਾ ਮੈਂ ਵੀ ਸਿਰਫ ਜਿਹੜੇ ਪਬਲਿਕ ਸੈਕਟਰ ਆਇਲ ਕੰਪਨੀਆਂ ਸੀਗੀਆਂ, ਸਿਰਫ ਉਹੀ ਆਇਲ ਕੰਪਨੀਆਂ ਜਿਹੜੀਆਂ ਮੈਂ ਤੇਲ ਵੇਚ ਸਕੀਆਂ ਸੀ। SR ਜਾਂ ਜਿਹੜੇ ਰਿਲਾਇੰਸ ਦੇ ਪੈਟਰੋਲ ਪੰਪ ਸੀ ਉਹਨਾਂ ਨੂੰ ਬੰਦ ਹੋਣਾ ਪੈ ਗਿਆ ਸੀ। ਅੱਜ ਦੇਖੋ ਬਿਲਕੁਲ ਇੱਕ ਰਿਵਰਸ। ਅੱਜ ਅਸੀਂ ਚਾਹੀਏ ਤਾਂ 30 ਤੋਂ 40 ਰੁਪਏ ਲੀਟਰ ਪੈਟਰੋਲ ਅਤੇ ਡੀਜ਼ਲ ਦਾ ਰੇਟ ਘਟਾ ਸਕਦੇ ਹਾਂ, ਪਰ ਅਸੀਂ ਨਾ ਐਕਸਾਈਜ਼ ਘਟਾਈ, ਨਾ ਅਸੀਂ ਉਹਦੇ ਜਿਹਦਾ MRP ਘਟਾਇਆ। ਉਹ ਰੇਟ ਬਰਕਰਾਰ ਹੈ। ਲੋਕਾਂ ਦੇ ਸਿਰ ਭਾਰ ਹੈਗਾ ਵੈ। ਅੱਜ ਦੀ ਡੇਟ ਦੇ ਵਿੱਚ ਏਸ਼ੀਆ ਦੇ ਵਿੱਚ, ਆਸ-ਪਾਸ ਵਾਲੇ ਦੇਸ਼ਾਂ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ
ਪੈਟਰੋਲ ਡੀਜ਼ਲ ਦਾ ਰੇਟ ਸਾਡਾ ਹੈਗਾ ਵਾ। ਕਿਉਂ? ਕੱਲੀ ਇੱਕ ਰਿਲਾਇੰਸ ਲੰਕਾ ਨੂੰ ਵੀ ਦਿੰਨੇ ਆ, ਉੱਥੇ ਵੀ ਸਸਤਾ ਆਪਣੇ ਨਾਲੋਂ। ਬਿਲਕੁਲ, ਮੈਂ ਤੁਹਾਡੀ ਗੱਲ ਇਹੀ ਮੈਂ ਗੱਲ ਕਹਿਣਾ ਚਾਹੁੰਦਾ ਮੈਂ। ਕਿਉਂ? ਕਿਉਂਕਿ ਰਿਲਾਇੰਸ ਦੇ ਪੈਟਰੋਲ ਪੰਪ ਇਹ ਚਲਾਉਣਾ ਚਾਹੁੰਦੇ। ਰਿਲਾਇੰਸ ਦੀ ਜਿਹੜੀ ਉਹਦਾ ਜਿਹੜਾ ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਆਇਲ ਕੰਪਨੀਆਂ ਘੱਟ ਕੇ ਵੇਚਦੀ ਏ, ਘਟਾ ਕੇ ਵੇਚਦੀ ਏ, ਤੇ ਉਹ ਸਰਵਾਈਵ ਹੀ ਨਹੀਂ ਕਰ ਸਕਦੀਆਂ, ਬਿਕੋਜ਼ ਸਬਸਿਡੀ ਜਾਂ ਜਿਹੜਾ ਲਾਸ ਜਿਹੜਾ ਬੇਅਰ ਕਰਨ ਦੀ ਕਪੈਸਿਟੀ ਉਹ ਸਟੇਟ ਕੋਲ ਹੀ ਹੈਗੀ ਆ, ਪ੍ਰਾਈਵੇਟ ਸੈਕਟਰ ਤਾਂ ਕਰੇਗਾ ਨਹੀਂ। ਮੈਂ ਤੁਹਾਨੂੰ ਜਿਹੜੀ ਗੱਲਾਂ ਦੱਸਣਾ ਚਾਹੁੰਦਾ ਮੈਂ ਵੀ ਤੁਹਾਨੂੰ ਆ ਜੱਟਾਂ ਨੂੰ ਆਪਣੇ ਪੰਜਾਬੀਆਂ ਨੂੰ ਗੱਲ ਸਿੱਧੇ ਤਰੀਕੇ ਨਾਲ ਸਮਝ ਆ ਜਾਏਗੀ ਵੀ ਕਿਸ ਤਰ੍ਹਾਂ ਇੱਕ ਕੰਪਨੀ ਨੂੰ ਬਚਾਉਣ ਲਈ ਤੁਹਾਨੂੰ ਪੈਟਰੋਲ ਡੀਜ਼ਲ ਦੇ ਜਿਹੜੇ ਰੇਟ ਘਟ ਸਕਦੇ ਸੀ ਉਹ ਵੀ ਨਹੀਂ ਘਟਾਏਗੀ। ਆਪਾਂ ਸ਼ੁਰੂ ਤੋਂ ਹੀ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਲਗਾਉਂਦੇ ਆ। ਅੱਜ ਕੀ ਹੋ ਰਿਹਾ, ਜਵਾਨ ਚਾਈਨਾ ਦੇ ਬਾਰਡਰ ਤੇ ਮਰ ਰਿਹਾ ਤੇ ਕਿਸਾਨ ਨੂੰ ਹੁਣ ਇਹਨਾਂ ਆਰਡੀਨੈਂਸਾਂ ਦੇ ਸਹਾਰੇ ਮਾਰਨ ਦੀ ਚੱਲ ਰਹੀ ਹੈ, ਸਾਰੀ ਰਣਨੀਤੀ ਬਣ ਰਹੀ ਹੈ। ਇਹਨਾਂ ਆਰਡੀਨੈਂਸ ਦੇ ਹਿਸਾਬ ਦੇ ਨਾਲ ਜੇ ਹੁਣ ਕਿਸਾਨ ਕਿਤੇ ਵੀ ਆਪਣੀ ਵੇਚ ਸਕਦਾ, ਆਪਣਾ ਜੋ ਵੀ ਉਹਨੇ ਉਗਾਇਆ ਉਹ ਆਪਣੀ ਫਸਲ ਵੇਚ ਸਕਦਾ। ਜੇ ਹੁਣ ਮੰਨ ਲਓ ਕਿਸਾਨ ਬੰਬੇ ਜਾ ਕੇ ਆਪਣੀ ਕੋਈ ਫਸਲ ਵੇਚ ਕੇ ਆਂਦਾ, ਆਪਣਾ ਚਾਹੇ ਮੱਕੀ ਵੇਚ ਕੇ ਆਂਦਾ, ਚਾਹੇ ਕਣਕ ਵੇਚ ਕੇ ਆਂਦਾ, ਜੇ ਉੱਥੇ ਉਹਦੇ ਨਾਲ ਧੋਖਾਧੜੀ ਹੁੰਦੀ ਹੈ ਉਹ ਕਿਹਦੇ ਕੋਲ ਜਾਊਗਾ? ਉਹ ਤਾਂ ਵਾਪਸ ਆ ਗਿਆ, ਨਾ ਕੋਰਟ ਦੇ ਵਿੱਚ ਜਾ ਸਕਦਾ। ਉਹ ਹੁਣ ਦੁਬਾਰਾ ਬੰਬੇ ਦਾ ਖਰਚਾ ਕਰਕੇ ਜਾ ਕੇ ਉੱਥੇ SGM ਤੇ DCਆਂ ਦੇ ਦਫ਼ਤਰ ਦੇ ਚੱਕਰ ਲਾਊਗਾ। ਉਹ ਬੇਸਿਕਲੀ ਇਹੀ ਬੜੀ ਹਾਸੋਹੀਨ, ਇਹੀ ਬੜੀ ਜਿਹੜੀ ਵੱਡੀ ਜਿਹੜੀ ਹੈ ਵਿਡੰਬਨਾ ਹੈ ਕਿ ਵੀ ਜਿਹੜੇ ਅੱਜ ਕਿ ਸਾਡੇ ਜਿਹੜੇ ਨੀਤੀਕਾਰ ਹੈਗੇ ਜਿਨ੍ਹਾਂ ਨੇ ਇਹ ਬਣਾਇਆ ਉਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਧਰਾਤਲ 'ਤੇ ਹੈ ਕੀ ਹੈ। ਮੈਨੂੰ ਅੱਜ ਤੁਸੀਂ ਆਪਾਂ ਸਾਰੇ ਪੰਜਾਬ 'ਚ ਰਹਿੰਦੇ ਹਾਂ, ਆਪਣਾ ਤਾਂ ਕਿਸਾਨ ਨਾ ਇੱਕ ਮੰਡੀ ਤੋਂ ਦੂਜੀ ਮੰਡੀ ਜਾ ਕੇ ਨਹੀਂ ਵੇਚ ਸਕਦਾ, ਉਹਦੇ ਕੋਲੇ ਤਾਂ ਇੰਨੀ ਕਪੈਸਿਟੀ ਹੈ ਨਹੀਂ ਗੀ। ਜਿਹੜੀ ਤੁਸੀਂ ਜਿਹੜੀ ਅੱਜ ਤੁਸੀਂ ਕਹਿੰਦੇ ਵੀ ਮਿਡਲਮੈਨ ਖਤਮ ਕਰ ਦੇਣੇ, ਤੁਸੀਂ ਕੀ ਸਮਝਦੇ ਵੀ ਅੰਬਾਨੀ ਆਪਣੀ ਕੰਪਨੀ ਦੇ ਬੰਦੇ ਇੱਥੇ ਖੜਾ ਕਰੇਗਾ? ਉਹਨਾਂ ਨੇ ਵੀ ਮਿਡਲਮੈਨ ਸਗੋਂ 5-6 ਹੋਰ ਵੱਧ ਜਾਣੇ ਆ। ਤੁਸੀਂ ਸਮਝ ਲਓ ਇੱਕ ਲੋਕਲ ਪ੍ਰੋਡਿਊਸਰ ਹੋਊਗਾ, ਇੱਕ ਡਿਸਟਰੀਬਿਊਟਰ ਹੋਊਗਾ, ਇੱਕ ਸਟੇਟ ਲੈਵਲ ਦਾ ਹੋਊਗਾ, ਉਹ ਸਟੇਟ ਲੈਵਲ ਵਾਲਾ ਉਹਨੂੰ ਖਰੀਦ ਕੇ ਦਿਆ ਕਰੂਗਾ, ਸਾਰਿਆਂ ਦੀ ਕਮਿਸ਼ਨਾਂ ਹੋਇਆ ਕਰਨਗੀਆਂ। ਅੱਛਾ, ਤੇ ਫਿਰ ਮੈਨੂੰ ਇੱਕ ਗੱਲ ਦੱਸੋ, ਅਸੀਂ ਆਪਣਾ ਮੰਡੀ ਐਡਾ ਮੰਡੀਕਰਨ ਦੇ ਵਿੱਚ ਮੰਡੀ ਫੀਸ ਲਾ ਕੇ ਅਰਬਾਂ ਖਰਬਾਂ ਰੁਪਏ ਦੀਆਂ ਸੜਕਾਂ, ਮੰਡੀਆਂ ਛੰਡੀਆਂ ਤਿਆਰ ਕੀਤੀਆਂ ਹੋਈਆਂ ਮੈਂ, ਹਾਂਜੀ, ਤੇ ਕੀ ਸਾਡੀਆਂ ਹੀ ਸੜਕਾਂ ਉਹੀ ਵਰਤਣਗੇ? ਸਾਡੀਆਂ ਸੜਕਾਂ 'ਤੇ ਮੰਡੀ ਫੀਸ ਉਹ ਦੇਗਾ ਨਹੀਂ। ਸਾਡੇ ਹੀ ਉਹ ਬਿਜਲੀ ਦੇ ਬਿੱਲਾਂ ਦੇ ਹਿਸਾਬ ਨਾਲ ਜਿਹੜੀ ਸਬਸਿਡੀ ਅਸੀਂ ਖਾ ਰਹੇ ਹਾਂ ਉਹ ਸਾਡੇ 'ਤੇ ਭਾਰ ਪਵੇਗਾ। ਉਹਦਾ ਕੋਈ ਉਹਨਾਂ 'ਤੇ ਜਿਹੜੇ ਪ੍ਰਾਈਵੇਟ ਪਲੇਸ 'ਤੇ ਕੋਈ ਬੋਝ ਨਹੀਂ। ਤੁਸੀਂ ਐਡੀ ਵੱਡੀ ਕਨਸਪੀਰੇਸੀ ਹੋ ਗਈ, ਇਸ ਗੱਲ ਨੂੰ ਸਮਝਣ ਦੀ ਤਾਂ ਮਤਲਬ ਤੁਹਾਨੂੰ ਲੋੜ ਹੈਗੀ ਹੈ ਨਾ ਕਿ ਇਹ ਐਕਚੁਅਲੀ ਹੋ ਕੀ ਰਿਹਾ ਵੈ। ਮਤਲਬ ਅੰਧੇਰ ਨਗਰੀ ਚੌਪਟ ਰਾਜਾ, ਮਤਲਬ ਤੁਸੀਂ ਇਹ ਸਮਝਦੇ ਹੋ ਕਿ ਵੀ ਲੋਕਾਂ ਨੂੰ ਕੋਈ ਗੱਲ ਸਮਝ ਹੀ ਨਹੀਂ, ਇਹਨਾਂ ਨੂੰ ਹੀ ਸਮਝ ਹੈਗੀ ਆ। ਡਿਬੇਟ ਦੇਖੋ, ਮੈਂ ਅੱਜ ਸਮਝਦਾ ਮੈਂ ਕਿ ਇਹ ਜਿਹੜੇ ਜਿਸ ਤਰ੍ਹਾਂ ਇਹ ਬਿੱਲ ਪਾਸ ਹੋਏ ਹੈਗੇ ਆ, ਐਡਾ ਜ਼ਬਰਦਸਤ ਧੱਕਾ ਅੱਜ ਤੱਕ ਹਿੰਦੁਸਤਾਨ ਦੀ ਜਿਹੜੀ ਹੈ ਪਾਰਲੀਮੈਂਟ ਦੇ ਵਿੱਚ ਨਹੀਂ ਹੋਇਆ। ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਅੱਜ ਤੱਕ ਨਹੀਂ ਹੋਇਆ ਕਿ ਵੀ 8 ਮੈਂਬਰ ਪਾਰਲੀਮੈਂਟ ਜਿਹੜੇ ਸਸਪੈਂਡ ਕੀਤੇ ਗਏ ਉਹਨਾਂ ਨੇ ਉੱਥੇ ਲੌਨ ਦੇ ਵਿੱਚ ਬੈਠ ਕੇ ਆਰਤੀਆਂ ਕੀਤੀਆਂ ਹੋਣ, ਕੀਰਤਨ ਕੀਤੇ ਹੋਣ ਔਰ ਮੋਦੀ ਦੇ ਖਿਲਾਫ ਨਾਰੇ। ਮੇਰਾ ਕਹਿਣ ਦਾ ਮਤਲਬ ਤੁਸੀਂ ਸ਼ਿੱਦਤ ਸਮਝ ਨਹੀਂ ਰਹੇ ਹੋ। ਤੁਸੀਂ ਰਾਜ ਸਭਾ ਦੇ ਵਿੱਚ ਤੁਹਾਡੇ ਕੋਲ ਨੰਬਰ ਨਹੀਂ ਸੀਗਾ, ਸਾਰਿਆਂ ਨੂੰ ਪਤਾ ਤੁਹਾਡੇ ਕੋਲ ਨੰਬਰ ਨਹੀਂ ਸੀਗਾ, ਤੁਸੀਂ ਵੌਇਸ ਵੋਟ 'ਤੇ ਬਿੱਲ ਪਾਸ ਕਰਾ ਦਿੱਤਾ। ਤੁਸੀਂ ਹੁਣ ਜਿਹੜਾ ਤੁਸੀਂ ਪ੍ਰੈਜ਼ੀਡੈਂਟ ਸਾਹਿਬ ਦੇ ਕੋਲੇ, ਚਾਹੇ ਸੁਖਬੀਰ ਜੀ ਵੀ ਜਾ ਕੇ ਕਹਿ ਰਹੇ ਆ ਕਿ ਪ੍ਰੈਜ਼ੀਡੈਂਟ ਕੀ ਤੁਹਾਡੇ ਆਮ ਬੰਦੇ ਦੀ ਕਾਮਨ ਸੈਂਸ ਥੋੜ੍ਹੀ ਜਿਹੀ ਇੱਥੇ ਇਹ ਸਵਾਲ ਹੁਣ ਲੋਕਾਂ ਦੇ ਦਿਲਾਂ 'ਚ ਕਾਫੀ ਹੈ, ਕਿਉਂਕਿ ਲੋਕ ਸਭਾ 'ਚ ਵੀ ਪਾਸ ਹੋ ਗਿਆ, ਰਾਜ ਸਭਾ 'ਚ ਵੀ ਪਾਸ ਹੋ ਗਿਆ, ਹੁਣ ਪ੍ਰੈਜ਼ੀਡੈਂਟ ਦੇ ਸਾਈਨ ਹੋਣੇ ਰਹਿ ਗਏ ਆ। ਕੀ ਰਾਸ਼ਟਰਪਤੀ ਕੋਲ ਪਾਵਰ ਹੈ ਕਿ ਉਹ ਰੋਕ ਦੇਵੇ ਇਸ ਬਿੱਲ ਨੂੰ ਜਾਂ ਸਾਈਨ ਨਾ ਕਰੇ? ਤੁਸੀਂ ਦੇਖ ਲਓ ਜਿਹੜੇ ਆਰਡੀਨੈਂਸ ਹੈਗੇ ਆਲਰੇਡੀ ਰਾਸ਼ਟਰਪਤੀ ਦੇ ਸਾਈਨਾਂ ਦੇ ਨਾਲ ਹੀ ਬਣੇ ਆ, ਤੇ ਉਹ ਕੋਈ ਇਹੋ ਜਿਹਾ ਕਿਹੜਾ ਨਵਾਂ ਫੈਕਟ ਲੈ ਕੇ ਅੱਗੇ ਆ ਗਏ ਆ ਕਿ ਵੀ ਇਹਦੇ ਵਿੱਚ ਐਕਸੈਪਟ ਫॉर ਕਿ ਆਰਡੀਨੈਂਸ ਚੁੱਪ-ਚੁਪੀਤੇ। ਤੇ ਉੱਥੇ ਮੈਡਮ ਹਰਸਿਮਰਤ ਦਾ ਜਿਹੜਾ ਵੈ ਇੱਕ ਬੇਤੁਕਾ ਜਿਹਾ ਸਵਾਲ ਕਿ ਕੀ ਇਹ ਲੀਗਲੀ ਪੋਸੀਬਲ ਹੈ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਉਹ ਵੀ ਗੱਲ ਸਾਹਮਣੇ ਆ ਗਈ ਕਿ ਵੀ ਉਹਨਾਂ ਨੇ ਕੋਈ ਇਹਦੇ ਵਿੱਚ ਵਿਰੋਧ ਨਹੀਂ ਕੀਤਾ, ਸਿਰਫ ਪੁੱਛਿਆ ਵੀ ਲੀਗਲੀ ਇਹ ਪੋਸੀਬਲ ਹੈ। ਕੱਲ੍ਹ ਰਵੀ ਸ਼ੰਕਰ ਪ੍ਰਸਾਦ ਨੇ ਕਹਿਤਾ ਵੀ ਉਹਨਾਂ ਨੇ ਤਾਂ ਕਦੇ ਅਪੋਜ਼ ਹੀ ਨਹੀਂ ਕੀਤਾ। ਹੁਣ ਉਹ ਤਾਂ ਦੁਚਿੱਤੀ 'ਚ ਹੈਗੇ ਨੇ। ਅਕਾਲੀ ਦਲ ਵੀ ਐਕਸਪੋਜ਼ਡ ਹੈਗਾ ਵੈ, BJP ਤਾਂ ਬਿਲਕੁਲ ਹੀ ਐਂਟੀ ਫਾਰਮਰ, ਐਂਟੀ ਪੰਜਾਬ ਤੇ ਐਂਟੀ ਇੰਡੀਆ ਦੀ ਉਹਨਾਂ ਦੀ ਪਾਲਿਸੀਆਂ ਆ ਗਈਆਂ। ਹਿੰਦੁਸਤਾਨ ਦੇ ਸਾਰੇ ਐਡਾ ਵੱਡਾ 76% 80% ਸਾਡੀ ਪਾਪੂਲੇਸ਼ਨ ਇਹਦੇ 'ਚ ਇਨਵੋਲਵਡ ਹੋਵੇ ਤੇ ਉਹਨਾਂ ਦੇ ਕਿਸੇ ਸਟੇਕ ਹੋਲਡਰ ਨਾਲ ਤੁਹਾਡੀ ਗੱਲ ਵੀ ਨਾ ਹੋਵੇ ਤੇ ਤੁਸੀਂ ਬਿੱਲ ਲੈ ਕੇ ਆ ਜਾਓ। ਨਹੀਂ, ਕਿਸਾਨਾਂ ਨਾਲ ਇੰਨਾ ਧੱਕਾ ਕਿਉਂ ਕੀਤਾ ਜਾ ਰਿਹਾ ਵੀ ਕਿਸਾਨ ਜਿਹੜੀ ਚੀਜ਼ ਮੰਗ ਹੀ ਨਹੀਂ ਰਹੇ, ਵੀ ਉਹਨਾਂ ਨੇ ਆਰਡੀਨੈਂਸ ਤਾਂ ਮੰਗਿਆ ਹੀ ਨਹੀਂ, ਉਹ ਮੰਗ ਰਹੇ ਨੇ ਸਵਾਮੀਨਾਥਨ ਦੀ ਕਮਿਸ਼ਨ ਦੀ ਜੋ ਰਿਪੋਰਟ ਆ ਉਹ ਟਰੂ ਸਪੀਰਿਟ ਦੇ ਵਿੱਚ ਲਾਗੂ ਕੀਤੀ ਜਾਵੇ, ਉਹਦੀ ਕੋਈ ਗੱਲ ਨਹੀਂ ਕੀਤੀ ਜਾ ਰਹੀ। ਤੇ ਆਰਡੀਨੈਂਸ ਧੱਕੇ ਨਾਲ ਕਿਸਾਨਾਂ ਤੇ ਥੋਪਿਆ ਕਿਉਂ ਜਾ ਰਿਹਾ, ਕਿਸਾਨ ਨੂੰ ਗਹਿਣੇ ਕਿਉਂ ਧਰਿਆ ਜਾ ਰਿਹਾ? ਮੈਂ ਤੁਹਾਨੂੰ ਦੱਸ ਦਿੰਦਾ ਮੈਂ ਵੀ ਆਪਣੇ
ਜਗਰਾਉਂ ਦੇ ਨਾਲ ਬਾਬਾ ਆਨੰਦ ਸਿੰਘ ਉਹਨਾਂ ਦੇ ਨਾਨਕਸਰ ਉੱਥੇ 2013 ਦੇ ਵਿੱਚ ਮੋਦੀ ਸਾਹਿਬ ਆਏ ਸੀਗੇ। ਅਕਾਲੀ ਦਲ ਬੀਜੇਪੀ ਦੀ ਬਹੁਤ ਵੱਡੀ ਉੱਥੇ ਰੈਲੀ ਹੋਈ ਸੀਗੀ ਔਰ ਉਸ ਰੈਲੀ ਦੀ ਤੁਸੀਂ ਜੇ ਰਿਪੋਰਟ ਕੱਢ ਕੇ ਦੇ ਦਿਓ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਵੀ ਮੈਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ 2014 ਜਿੱਦਾਂ ਹੀ ਮੈਂ ਬਣੂੰਗਾ ਮੈਂ ਇੰਪਲੀਮੈਂਟ ਕਰੂੰਗਾ C2+ ਜਿਹੜੀ ਹੈਗੀ ਹੈ ਜਿਹਦੇ ਵਿੱਚ ਸਾਰਾ ਤੁਹਾਡੇ ਮੈਕਸਿਮਮ ਤੁਹਾਨੂੰ ਬੈਨੀਫਿਟ ਮਿਲੇਗਾ। ਨੰਬਰ 1 ਹਾਸੇ ਜਿਹੜੀ ਅਫਸੋਸ ਦੀ ਗੱਲ ਹੈ ਕਿ 2014 ਦੇ ਵਿੱਚ ਹੀ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਦੇ ਦਿੱਤਾ ਕਿ ਇਹ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇੰਪਲੀਮੈਂਟ ਨਹੀਂ ਕੀਤੀ ਜਾ ਸਕਦੀ। ਇਹਨਾਂ ਨੇ ਉਹਦੇ ਵਿੱਚ ਹਲਫੀਆ ਬਿਆਨ ਦਿੱਤਾ ਕੇਂਦਰ ਸਰਕਾਰ ਨੇ। ਨੰਬਰ 1 ਦੇਖੋ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਇਹਨਾਂ ਨੇ ਯੂਪੀ ਬਿਹਾਰ ਦੇ ਵਿੱਚ ਇਹ ਵੀ ਜਾ ਕੇ ਕਿਹਾ ਕਿ ਵੀ ਅਸੀਂ ਤੁਹਾਡੇ ਜਿਹੜੇ ਹੈਗੇ ਕਰਜ਼ੇ ਜਿਹੜੇ ਆ ਮਾफ़ ਕਰ ਦਿਆਂਗੇ। ਉਹਨਾਂ 'ਤੇ ਤਾਂ ਕੋਈ ਗੱਲ ਹੀ ਨਹੀਂ ਹੋ ਰਹੀ। ਪੰਜਾਬ ਸਰਕਾਰ ਕੋਲੇ ਜਿੰਨਾ ਸਰਮਾਇਆ ਸੀਗਾ ਜਿੰਨਾ ਅਸੀਂ ਅਰੇਂਜ ਕਰ ਸਕੇ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਪੂਰਾ ਕਰ ਦਿੱਤਾ ਪਰ ਜਿੰਨਾ ਅਸੀਂ ਕਰ ਸਕਦੇ ਸੀ ਅਸੀਂ ਆਪਣੀ ਮਤਲਬ ਆਪਣੇ ਕੱਪੜਿਓਂ ਬਾਹਰ ਜਾ ਕੇ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੇਰਾ ਕਹਿਣ ਦਾ ਮਕਸਦ ਇਹ ਹੈ ਵੀ ਕੋਈ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਵੀ ਤੁਸੀਂ ਇੰਪਲੀਮੈਂਟ ਕੀ ਕੀਤਾ ਪਰ ਇੰਟੈਂਸ਼ਨ ਬੜੀ ਇੰਪੋਰਟੈਂਟ ਹੈ। ਇਸ ਸਾਰੇ ਬਿੱਲ ਦੇ ਘਟਨਾਕ੍ਰਮ ਦੇ ਵਿੱਚ ਅਕਾਲੀ ਦਲ ਦੀ ਇੰਟੈਂਸ਼ਨ ਬੀਜੇਪੀ ਦੀ ਇੰਟੈਂਸ਼ਨ ਬਿਲਕੁਲ ਕਲੀਅਰ ਹੈ ਕਿ ਵੀ ਇਹ ਅਕਾਲੀ ਦਲ ਨੂੰ ਕੁਛ ਨਹੀਂ ਸਮਝਦੇ ਤੇ ਅਕਾਲੀ ਦਲ ਜਾਂ ਤਾਂ ਡਰ ਕੇ ਰਲਿਆ ਹੋਇਆ ਸੀਗਾ ਹੁਣ ਗੱਲਾਂ ਬਾਹਰ ਆ ਗਈਆਂ। ਬੀਜੇਪੀ ਦਾ ਬਿਲਕੁਲ ਹੈ ਵੀ ਮਾਈ ਵੇ ਔਰ ਦਾ ਹਾਈਵੇ ਅਸੀਂ ਜੋ ਚਾਹਾਂਗੇ ਅਸੀਂ ਉੱਦਾਂ ਕਰਾਂਗੇ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਅਕਾਲੀ ਦਲ ਤਾਂ ਕਹਿ ਰਿਹਾ ਅਸੀਂ ਕਿਸਾਨਾਂ ਦੇ ਨਾਲ ਖੜੇ ਆ। ਬੀਬੀ ਹਰਸਿਮਰਤ ਬਾਦਲ ਨੇ ਕੇਂਦਰੀ ਕੈਬਨਿਟ ਤੋਂ ਅਸਤੀਫਾ ਦਿੱਤਾ ਕਹਿੰਦੇ ਪੰਜਾਬ ਦੀ ਧੀ ਕਿਸਾਨਾਂ ਦੇ ਨਾਲ ਖੜੀ ਹੈ। ਦੇਖੋ ਇਹ ਗੱਲਾਂ ਹੁਣ ਸਾਰੀਆਂ ਸਾਹਮਣੇ ਆ ਗਈਆਂ ਜੀ ਕਿ ਜਿਸ ਦਿਨ ਉੱਥੇ ਕੈਬਨਿਟ ਦੇ ਵਿੱਚ ਦੇਖੋ ਪੋਲੀਟਿਕਸ ਦੇ ਵਿੱਚ ਟਾਈਮਿੰਗ ਬੜੀ ਇੰਪੋਰਟੈਂਟ ਹੁੰਦੀ ਹੈ। ਤੁਸੀਂ ਕਦੋਂ ਇਹ ਸਾਰੀ ਚੀਜ਼ਾਂ ਕੀਤੀਆਂ ਜਦੋਂ ਆਰਡੀਨੈਂਸ ਆਇਆ ਉਹਦੇ ਵਿੱਚ ਤੁਸੀਂ ਸਿਰਫ ਕੁਐਸਚਨ ਪੁੱਛਿਆ ਰਵੀ ਸ਼ੰਕਰ ਪ੍ਰਸਾਦ ਨੇ ਜਿਹਨੇ ਜਵਾਬ ਦਿੱਤਾ ਕਿ ਇਹਦੀ ਲੀਗੈਲਿਟੀ ਤੇ ਕੀ ਹੈ ਇੰਪਲੀਮੈਂਟ ਹੋ ਸਕਦਾ ਹੈ। ਜਦੋਂ ਰਵੀ ਸ਼ੰਕਰ ਪ੍ਰਸਾਦ ਜਿਹੜੇ ਲਾਅ ਮਿਨਿਸਟਰ ਨੇ ਉਹਨਾਂ ਨੇ ਕਿਹਾ ਵੀ ਹਾਂ ਇੰਪਲੀਮੈਂਟ ਹੋ ਸਕਦਾ ਕਹਿੰਦਾ ਮੈਂ ਉਹ ਚੁੱਪ ਹੋ ਕੇ ਬੈਠ ਗਏ। ਉਸ ਤੋਂ ਬਾਅਦ ਤੁਸੀਂ ਦੇਖ ਲਓ 3 ਮਹੀਨੇ ਦਾ ਵਕਫਾ ਸੀਗਾ ਉਹਦੇ ਵਿੱਚ ਬਕਾਇਦਾ ਜਿਹੜੀ ਆਲ ਪਾਰਟੀ ਮੀਟਿੰਗ ਹੋਈ ਉਹਦੇ ਵਿੱਚ ਵੀ ਫਿਰ ਵਿਧਾਨ ਸਭਾ ਦੇ ਵਿੱਚ ਉਹਦੇ ਵਿੱਚ ਵੀ ਸੁਖਬੀਰ ਬਾਦਲ ਉਹਨਾਂ ਨੇ ਕਿਹਾ ਕਿ ਹਾਂ ਇਹਦੀਆਂ ਬੈਨੀਫਿਟ ਹੈਗੇ ਆ। ਫਿਰ ਜਦੋਂ ਵਿਧਾਨ ਸਭਾ ਦੇ ਵਿੱਚ ਅਸੀਂ ਇੱਕ ਦਿਨ ਦਾ ਸੈਸ਼ਨ ਮਤਾ ਪਾਸ ਕੀਤਾ ਉਸ ਦਿਨ ਇਹ ਬਾਈਕਾਟ ਕਰਕੇ ਚਲੇ ਗਏ ਉੱਥੇ ਇਹਨਾਂ ਨੇ ਕੋਈ ਗੱਲ ਨਹੀਂ ਰੱਖੀ। ਉਸ ਤੋਂ ਬਾਅਦ ਜਦੋਂ 4 ਦਿਨ 5 ਦਿਨ ਰੈਜ਼ਿਗਨੇਸ਼ਨ ਤੋਂ ਪਹਿਲਾਂ ਤੱਕ ਇਹ ਗੱਲ ਹੋ ਰਹੀ ਸੀ ਪਰ ਜਦੋਂ ਕਿਸਾਨ ਉਹ ਕਹਿੰਦੇ ਨਾ ਇਹ ਮੇਰੇ ਹਮਨਸ਼ੀ ਜਬ गर्दिशे अवाम आती है न किस्मत साथ देती है न ताकत काम आती है वो वाली गल हो चुकी है भी इन्हों जो लोग उठ खड़े होए इन्हों के खिलाफ जो लोग इन्हों पै गए जो इन्हों के बादल साहब दे देखो वड्डे बादल साहब तो भी इन्होंने ये बयान दवाता भी ये तो फायदेमंद है। तुसीं मैनूं ये दसो कि फ्रस्ट्रेशन किन्नी तो फिर उस तो बाद रेजिग्नेशन किस तरह देखते हो सिमरत बादल? मेरा कोले चारा कोई बचिया नहीं सी ये पंजाब च वड़ नहीं सकते सी ਅਸਤੀਫੇ ਬਿਨਾਂ ਦਿੱਤੇ। ਹੁਣ ਇਹ ਕੋਈ ਨਾ ਕੋਈ ਢੰਗ ਤਰੀਕਾ ਕੋਈ ਡਰਾਮਾ ਕਰਨਗੇ ਪਰ ਲੋਕਾਂ ਨੂੰ ਇਹ ਗੱਲ ਕਹਿੰਦਾ ਹੁੰਦਾ ਕਿ ਡਰਾਮਾ ਇੱਕ ਅਸਤੀਫਾ ਬੀਬੀ ਹਰਸਿਮਰਤ ਬਾਦਲ ਦਾ। ਮੇਰੇ ਕੀ ਕਹਿਣਾ ਮੈਂ ਤੁਸੀਂ ਸਾਰੇ ਤੁਸੀਂ ਕਿਸਾਨ ਜਥੇਬੰਦੀਆਂ ਤੋਂ ਪੁੱਛ ਲਓ ਤੇ ਮੈਨੂੰ ਇਹ ਦੱਸੋ ਨਾ ਕਿਸੇ ਕਿਸਾਨ ਜਥੇਬੰਦੀ ਨੇ ਇਹਨਾਂ ਦਾ ਕੋਈ ਵੈਲਕਮ ਕੀਤਾ ਹੋਵੇ? ਬੜਾ ਵੱਡਾ ਤੁਸੀਂ ਤਿਆਗ ਦੇ ਕੇ ਆ ਗਏ ਹੋ। ਤੁਸੀਂ ਮੈਨੂੰ ਇਸ ਗੱਲ ਬਾਰੇ ਤੁਸੀਂ ਤਾਂ ਜਰਨਲਿਸਟ ਹੋ ਤੁਸੀਂ ਤਾਂ ਰੋਜ਼ ਸਾਰਿਆਂ ਨੂੰ ਕਵਰ ਕਰਦੇ ਹੋ ਤੁਸੀਂ ਜਾਓ ਲੋਕਾਂ ਤੋਂ ਜਾ ਕੇ ਪੁੱਛੋ ਵੀ ਕਿਹੜੀ ਪਾਰਟੀ ਨੇ ਦੇਖੋ ਅੱਜ ਪੰਜਾਬ ਦੇ ਵਿੱਚ ਜੇ ਕੋਈ ਪਾਰਟੀ और जे कोई लीडर डट के खड़ा है ਜਿਹੜਾ ਕਹਿੰਦਾ ਵੈ ਵੀ ਇਸ ਐਕਟ ਦੀ ਕੌਮਾ ਬਿੰਦੀ ਫੁੱਲ ਸਟਾਪ ਵੀ ਜਿਹੜਾ ਵੀ ਇੰਪਲੀਮੈਂਟ ਨਹੀਂ ਹੋਣ ਦਿਆਂਗੇ ਉਹ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਹੈ। ਅੱਜ ਕਾਂਗਰਸ ਪਾਰਟੀ ਦਾ ਚਾਹੇ ਯੂਥ ਵਿੰਗ ਹੈ ਚਾਹੇ ਬਾਕੀ ਸਾਡੇ ਲੀਡਰ ਨੇ ਸਾਰੇ ਸੜਕਾਂ ਤੇ ਇਹਨਾਂ ਕਿਸਾਨਾਂ ਦੇ ਨਾਲ ਹੈਗੇ ਨੇ। ਅਸੀਂ ਇੱਕ ਹੋਰ ਸੰਸਥਾ ਨੇ ਕੈਂਡਲ ਮਾਰਚ ਕੱਢੀ ਸੀ ਪਾਰਲੀਮੈਂਟ ਤੱਕ ਜਿੱਥੇ ਉਹਨਾਂ ਧੱਕੇ ਮੁੱਕੀ ਹੋਈ ਉਹ ਵੀ ਡਰਾਮਾ ਨਹੀਂ ਕਰ ਰਹੇ ਕੈਂਡਲ ਮਾਰਚ ਕੱਢ ਕੇ? ਦੇਖੋ ਇੱਕ ਗੱਲ ਬੜੀ ਇੰਪੋਰਟੈਂਟ ਹੈ ਜਦੋਂ ਤੁਸੀਂ ਪ੍ਰਧਾਨ ਮੰਤਰੀ ਜਦੋਂ ਰਾਸ਼ਟਰਪਤੀ ਤੋਂ ਟਾਈਮ ਮੰਗੋ और जो टाइम वो एक पार्टी नूं दे देन और दूजे नूं ना देन तो फिर मेरी गल सुनो डेमोक्रेसी च साडे कोले एक पीसफुल प्रोटेस्ट का ऑप्शन तो रहिंदा वै। घट्टो घट्ट लोकां नूं मैं तुहानूं पहलां भी गल कही कि टाइमिंग बड़ी इंपॉर्टेंट है। टाइमिंग चाहे कल आम आदमी पार्टी गवर्नर नूं जाके दे के आई है तो की साडे कांग्रेस वालियां दा बनदा नहीं सीगा कि भी असीं भी जाके कोई एक्शन करके आईए तो जे उन्हां ने कोई कीता वै। देखो इस टाइम ਸਾਡੇ ਜਿਹੜੇ ਕਿਸਾਨ ਵੀਰ ਹੈਗੇ ਉਹਨਾਂ ਨੂੰ ਬੜੀ ਜ਼ਬਰਦਸਤ ਮੋਰਲ ਸਪੋਰਟ ਦੀ ਲੋੜ ਹੈ। ਤੁਸੀਂ ਵੱਡਾ ਐਕਸ਼ਨ ਕਰਦੇ ਹੋ ਜਾਂ ਛੋਟਾ ਐਕਸ਼ਨ ਕਰਦੇ ਹੋ ਇਹ ਮੈਟਰ ਨਹੀਂ ਕਰਦਾ। ਗੱਲ ਇਹ ਹੈ ਵੀ ਅੱਜ ਅਸੀਂ ਕੀ ਉਹਨਾਂ ਦੇ ਨਾਲ ਖੜੇ ਆ ਦਿਖਾਈ ਦਿੰਨੇ ਆ ਕਿ ਅਸੀਂ ਉਹਨਾਂ ਦੇ ਨਾਲ ਸਾਰੀ ਸਹਾਨੁਭੂਤੀ ਸਾਡੀ ਉਹਨਾਂ ਨਾਲ ਹੈਗੀ ਹੈ ਹਮਦਰਦੀ ਸਾਡੀ ਉਹਨਾਂ ਨਾਲ ਹੈਗੀ ਹੈ ਕਿ ਨਹੀਂ ਹੈਗੀ। ਆਹ ਗੱਲ ਜ਼ਿਆਦਾ ਜ਼ਰੂਰੀ ਹੈ।
ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਰਮਨ ਸੁਬਰਾਮਨਿਅਨ ਜੀ, ਜਿਨ੍ਹਾਂ ਨੇ ਦੱਸਿਆ ਕਿ ਖੇਤੀ ਬਿੱਲ ਦੇ ਜਿਹੜੇ ਆਰਡੀਨੈਂਸ ਜਿਹੜੇ ਲੈ ਕੇ ਆਏ ਨੇ, ਇਹ ਕਿਉਂ ਕੇਂਦਰ ਸਰਕਾਰ ਲੈ ਕੇ ਆਈ ਹੈ। ਇਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਸ਼ਾਇਦ ਕਿਸੇ ਆਪਣੇ ਸਾਥੀਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ ਤਾਂ ਅਤੇ ਕਿਸਾਨ ਦਾ ਜਿਹੜਾ ਗਲਾ ਉਹ ਘੋਟਣਾ ਚਾਹੁੰਦੀ ਹੈ। ਤਾਂ ਵਧੇਰੇ ਅਪਡੇਟਸ ਸੀ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ, ਲੁਧਿਆਣਾ ਟਾਈਮਜ਼। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।